ਹਰ ਕੁੜੀ ਦੀ ਤਰ੍ਹਾਂ ਵਿਆਹ ਦੀ ਪਹਿਲੀ ਰਾਤ ਮੈਂ ਵੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਇੱਕ ਬੇਚੈਨੀ ਸੀ, ਕਿਉਂਕਿ ਇਹ ਰਿਸ਼ਤਾ ਮੇਰੇ ਮਾਂ-ਪਿਓ ਦੀ ਪਸੰਦ ਮਰਜ਼ੀ ਨਾਲ ਹੋਇਆ ਸੀ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਚੱਲ ਰਹੇ ਸੀ। ਮੈਂ ਸੋਚਾਂ ਵਿੱਚ ਗੁੰਮ ਬੈਠੀ ਸੀ। ਪਤਾ ਵੀ ਨਾ ਲੱਗਿਆ ਕਿ ਕਦੋਂ 11 ਵੱਜ ਗਏ। ਪਰ ਅਜੇ ਤੱਕ ਪਾਲ ਕਮਰੇ ਵਿੱਚ ਨਹੀਂ ਸੀ ਆਇਆ। ਬਹੁਤ ਸਮੇਂ ਬਾਅਦ ਉਹ ਕਮਰੇ 'ਚੋਂ ਆਇਆ। ਮੈਂ ਕਿਹਾ, ਮੈਂ ਕਦੋਂ ਦੀ ਇੰਤਜ਼ਾਰ ਕਰ ਰਹੀ ਸੀ। ਤਾਂ ਪਾਲ ਕਹਿਣ ਲੱਗਾ, ਮੈਂ ਮਾਂ ਦੇ ਕਮਰੇ ਵਿੱਚ ਸੀ, ਉਹਨਾਂ ਦੀਆਂ ਲੱਤਾਂ ਦਬਾ ਰਿਹਾ ਸੀ। ਮੈਂ ਹਰ ਰੋਜ਼ ਸੌਣ ਤੋਂ ਪਹਿਲਾਂ ਉਹਨਾਂ ਦੀਆਂ ਲੱਤਾਂ ਦਬਾਉਂਦਾ ਹਾਂ। ਮੈਂ ਉਸ ਸਮੇਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਚਲੋ ਉਹ ਪਾਲ ਦੀ ਮਾਂ ਹੈ ਤੇ ਪਾਲ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਦਾ ਖਿਆਲ ਰੱਖੇ। ਪਰ ਮੈਂ ਹੈਰਾਨ ਇਸ ਗੱਲ ਤੋਂ ਸੀ ਕਿ ਕਿਉਂਕਿ ਇਹ ਪਾਲ ਦਾ ਰੋਜ਼ ਦਾ ਮਸਲਾ ਬਣ ਚੁੱਕਿਆ ਸੀ, ਉਹ ਸ਼ਾਮ ਹੁੰਦਿਆਂ ਹੀ ਆਪਣੀ ਮਾਂ ਦੇ ਕਮਰੇ 'ਚ ਚਲੇ ਜਾਂਦਾ ਤੇ ਦੋਨੋਂ ਕਮਰਾ ਅੰਦਰੋਂ ਬੰਦ ਕਰ ਲੈਂਦੇ। ਮੈਨੂੰ ਪਾਲ ਦਾ ਰਵੱਈਆ ਥੋੜ੍ਹਾ ਅਜੀਬ ਜਿਹਾ ਲੱਗਦਾ ਸੀ ਕਿ ਉਹ ਇੰਨੀ ਦੇਰ ਤੱਕ ਮਾਂ ਦੀਆਂ ਲੱਤਾਂ ਦਬਾਉਂਦਾ ਤੇ ਕਿਉਂ ਦਬਾਉਂਦਾ ਹੈ। ਮੈਨੂੰ ਥੋੜ੍ਹਾ ਸ਼ੱਕ ਹੋਣ ਲੱਗਿਆ ਸੀ। ਇੱਕ ਦਿਨ ਮੈਂ ਪੱਕਾ ਇਰਾਦਾ ਬਣਾ ਲਿਆ ਕਿ ਮੈਂ ਇਹ ਰਾਜ਼ ਜਾਣ ਕੇ ਰਹਾਂਗੀ ਕਿ ਉਹ ਦੋਨੋਂ ਆਖਿਰ ਬੰਦ ਕਮਰੇ ਵਿੱਚ ਕੀ ਕਰਦੇ ਹਨ। ਮੇਰਾ ਨਾਮ ਸ਼ਰਨ ਹੈ। ਮੇਰੀ ਉਮਰ 23 ਸਾਲ ਹੈ। ਮੈਂ ਬਹੁਤ ਗਰੀਬ ਘਰ ਵਿੱਚ ਪੈਦਾ ਹੋਈ ਸੀ। ਅਸੀਂ 5 ਭੈਣਾਂ ਸੀ, ਪਰ ਉਹ ਮੇਰੀਆਂ ਸਕੀਆਂ ਭੈਣਾਂ ਨਹੀਂ ਸੀ। ਮਤਰੇਈਆਂ ਸਨ, ਕਿਉਂਕਿ ਮੇਰੇ ਪਾਪਾ ਦੇ 2 ਵਿਆਹ ਹੋਏ ਸਨ। ਪਹਿਲੇ ਵਿਆਹ 'ਚੋਂ 4 ਬੇਟੀਆਂ ਸੀ। ਉਹਨਾਂ ਦੀ ਪਹਿਲੀ ਪਤਨੀ ਦੀ ਕਿਸੇ ਬਿਮਾਰੀ ਦੇ ਚੱਲਦਿਆਂ ਉਹਨਾਂ ਦੀ ਮੌਤ ਹੋ ਗਈ। ਪੁੱਤ ਦੀ ਚਾਹਤ ਕਰਕੇ ਮੇਰੇ ਪਾਪਾ ਨੇ ਦੂਸਰਾ ਵਿਆਹ ਕਰਵਾ ਲਿਆ ਸੀ। ਪਰ 1 ਸਾਲ ਬਾਅਦ ਮੈਂ ਪੈਦਾ ਹੋਈ। ਮੇਰੇ ਪੈਦਾ ਹੋਣ 'ਤੇ ਮੇਰੇ ਪਾਪਾ ਨੂੰ ਬਹੁਤ ਦੁੱਖ ਹੋਇਆ। ਸਮਾਂ ਬੀਤਦਾ ਗਿਆ। ਮੇਰੀਆਂ ਮਤਰੇਈਆਂ ਭੈਣਾਂ ਦਾ ਵਿਆਹ ਹੋ ਗਿਆ। ਕੁਝ ਸਮੇਂ ਬਾਅਦ ਮੇਰੇ ਪਾਪਾ ਵੀ ਬਿਮਾਰ ਰਹਿਣ ਲੱਗੇ। ਮੇਰੀ ਮਾਂ ਬਹੁਤ ਪਰੇਸ਼ਾਨ ਸੀ, ਕਿਉਂਕਿ ਪਾਪਾ ਦੇ ਇਲਾਜ ਲਈ ਪੈਸੇ ਵੀ ਨਹੀਂ ਸਨ। ਮਜਬੂਰਨ ਮੇਰੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗੀ। ਮੇਰੀ ਵੀ ਪੜ੍ਹਾਈ ਛੁੱਟ ਗਈ। ਮੈਂ ਵੀ ਕਦੇ-ਕਦੇ ਆਪਣੀ ਮਾਂ ਨਾਲ ਕੰਮ ਕਰਨ ਚਲੀ ਜਾਂਦੀ ਸੀ। ਮੇਰੀ ਮਾਂ ਮੁਸ਼ਕਿਲ ਨਾਲ ਘਰ ਦਾ ਖਰਚਾ ਉਠਾ ਰਹੀ ਸੀ। ਜਦੋਂ ਮੈਂ 23 ਸਾਲ ਦੀ ਹੋਈ ਸੀ, ਮੇਰੇ ਲਈ ਰਿਸ਼ਤੇ ਆਉਣ ਲੱਗੇ। ਪਰ ਮੇਰੇ ਪਾਪਾ ਹਜੇ ਮੇਰੇ ਵਿਆਹ ਦਾ ਖਰਚਾ ਨਹੀਂ ਸੀ ਚੁਕਾ ਸਕਦੇ। ਇੱਕ ਦਿਨ ਮੇਰੇ ਲਈ ਅਜਿਹਾ ਰਿਸ਼ਤਾ ਆਇਆ, ਜਿਸ ਲਈ ਮੇਰੀ ਮਾਂ ਨੇ ਝੱਟ ਹਾਂ ਕਰ ਦਿੱਤੀ। ਮੁੰਡੇ ਦਾ ਨਾਮ ਪਾਲ ਸੀ। ਇਕੱਲਾ ਹੀ ਮੁੰਡਾ ਸੀ। ਉਸ ਦਾ ਆਪਣਾ ਕੰਮ ਸੀ ਤੇ ਚੰਗਾ ਕਮਾਉਂਦਾ ਸੀ। ਮੁੰਡੇ ਵਾਲਿਆਂ ਨੇ ਕਿਹਾ ਸੀ ਕਿ ਅਸੀਂ 3 ਕੱਪੜਿਆਂ 'ਚ ਲੈ ਜਾਵਾਂਗੇ। ਕੋਈ ਦਹੇਜ ਨਹੀਂ ਚਾਹੀਦਾ। ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ। ਮੈਂ ਵੀ ਇਹ ਸੁਣ ਕੇ ਬਹੁਤ ਖੁਸ਼ ਸੀ। ਮੇਰਾ ਰਿਸ਼ਤਾ ਪੱਕਾ ਹੋ ਗਿਆ। ਉਹਨਾਂ ਨੇ ਵਿਆਹ ਲਈ 1 ਹਫ਼ਤੇ ਦਾ ਟਾਈਮ ਦਿੱਤਾ ਸੀ। ਵਿਆਹ ਕਰਕੇ ਆਪਣੇ ਸਸੁਰਾਲ ਆ ਗਈ। ਘਰ ਬਹੁਤ ਸੋਹਣਾ ਸੀ। ਮੈਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਸੀ ਹੋ ਰਿਹਾ। ਮੇਰੀ ਸੱਸ ਤੇ ਮੇਰੇ ਘਰਵਾਲੇ ਦਾ ਸੁਭਾਅ ਬਹੁਤ ਚੰਗਾ ਸੀ। ਮੇਰੀ ਜ਼ਿੰਦਗੀ ਵਿੱਚ ਸਭ ਵਧੀਆ ਚੱਲ ਰਿਹਾ ਸੀ। ਮੈਂ ਬਹੁਤ ਖੁਸ਼ ਸੀ। ਪਰ ਇੱਕ ਗੱਲ ਅਜੀਬ ਸੀ। ਜਦੋਂ ਸਵੇਰੇ ਪਾਲ ਕੰਮ 'ਤੇ ਚਲਿਆ ਜਾਂਦਾ, ਥੋੜ੍ਹੀ ਦੇਰ ਬਾਅਦ ਮੇਰੀ ਸੱਸ ਵੀ ਘਰੋਂ ਚਲੀ ਜਾਂਦੀ, ਬਿਨਾਂ ਦੱਸੇ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਹਰ ਰੋਜ਼ ਕਿੱਥੇ ਜਾਂਦੀ ਆ। ਇੱਕ ਦਿਨ ਮੈਂ ਆਪਣੀ ਸੱਸ ਤੋਂ ਪੁੱਛ ਹੀ ਲਿਆ ਤਾਂ ਉਹ ਕਹਿਣ ਲੱਗੀ ਕਿ ਉਹ ਆਪਣੀ ਸਹੇਲੀ ਕੋਲ ਚਲੀ ਜਾਂਦੀ ਹੈ। ਉਸ ਨਾਲ ਸਮਾਂ ਵਧੀਆ ਗੁਜ਼ਰ ਜਾਂਦਾ ਹੈ। ਮੈਂ ਵੀ ਉਸ ਦੀ ਗੱਲ 'ਤੇ ਯਕੀਨ ਕਰ ਲਿਆ। ਫਿਰ ਕਦੇ ਉਸ ਨੂੰ ਇਸ ਬਾਰੇ ਨਹੀਂ ਪੁੱਛਿਆ। ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ। ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਦੀ ਸੀ। ਉਹ ਰੋਜ਼ ਰਾਤ ਨੂੰ ਮੈਨੂੰ ਦੁੱਧ ਦਾ ਗਲਾਸ ਆਪਣੇ ਹੱਥਾਂ ਨਾਲ ਪਿਲਾਉਂਦੀ। ਮੇਰੀ ਸੱਸ ਦੀ ਵੀ ਉਮਰ ਬਹੁਤ ਲੱਗਦੀ ਸੀ। 1 ਮਹੀਨਾ ਹੋ ਗਿਆ ਸੀ। ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ। ਉਹ ਮੈਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਜੋ ਦੱਸਿਆ, ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਤਬੀਅਤ ਖਰਾਬ ਹੋਣ ਕਰਕੇ ਆਪਣਾ ਬੱਚਾ ਖੋ ਦਿੱਤਾ ਸੀ। ਮੇਰੀ ਸੱਸ ਤੇ ਪਾਲ ਨੇ ਮੈਨੂੰ ਬਹੁਤ ਦਿਲਾਸਾ ਦਿੱਤਾ। ਮੈਂ ਸਦਮੇ ਵਿੱਚ 1 ਹਫ਼ਤਾ ਮੰਜੇ 'ਤੇ ਰਹੀ। ਹੌਲੀ-ਹੌਲੀ ਜ਼ਿੰਦਗੀ ਫਿਰ ਨਾਰਮਲ ਹੋ ਗਈ।
ਮੈਂ ਰੱਬ ਤੋਂ ਹਮੇਸ਼ਾ ਬੱਚੇ ਦੀ ਦਾਤ ਮੰਗਦੀ। ਕੁਝ ਸਮੇਂ ਬਾਅਦ ਮੈਂ ਫਿਰ ਤੋਂ ਉਮੀਦ ਹੋਈ। ਮੈਂ ਬਹੁਤ ਖੁਸ਼ ਸੀ ਕਿ ਪਰ ਇਸ ਵਾਰ ਮੈਂ ਫਿਰ ਤੋਂ ਬਿਮਾਰ ਹੋ ਗਈ ਤੇ ਮੈਂ ਫਿਰ ਆਪਣਾ ਬੱਚਾ ਖੋ ਦਿੱਤਾ ਸੀ। ਅਜੀਬ ਗੱਲ ਸੀ ਕਿ ਮੇਰੀ ਸੱਸ ਤੇ ਮੇਰੇ ਘਰਵਾਲੇ ਦੇ ਰਵੱਈਏ ਵਿੱਚ ਕੋਈ ਫਰਕ ਨਹੀਂ ਪਿਆ ਸੀ, ਪਰ ਮੈਂ ਬਿਮਾਰ ਰਹਿਣ ਲੱਗੀ ਸੀ। ਹਮੇਸ਼ਾ ਇਹੋ ਸੋਚਦੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਮੇਰੇ ਨਾਲ 3-4 ਵਾਰ ਇਸ ਤਰ੍ਹਾਂ ਹੀ ਹੋਇਆ, ਪਰ ਮੇਰੀ ਸੱਸ ਤੇ ਪਾਲ ਦੇ ਰਵੱਈਏ ਵਿੱਚ ਜ਼ਰਾ ਵੀ ਬਦਲਾਅ ਨਹੀਂ ਆਇਆ। ਮੈਂ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿਣ ਲੱਗੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸੇ ਦੌਰਾਨ ਮੇਰੇ ਪਾਪਾ ਵੀ ਚੱਲ ਵਸੇ। ਮੇਰੀ ਮਾਂ ਵੀ ਇਕੱਲੀ ਰਹਿ ਗਈ। ਮੈਨੂੰ ਲੱਗਣ ਲੱਗਿਆ ਕਿ ਜਿੰਨੀ ਤੇਜ਼ੀ ਨਾਲ ਖੁਸ਼ੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ, ਓਨੀ ਤੇਜ਼ੀ ਨਾਲ ਹੀ ਵਾਪਸ ਚਲੀਆਂ ਗਈਆਂ। ਸਭ ਕੁਝ ਅਜੀਬ ਜਿਹਾ ਹੋ ਗਿਆ ਸੀ। ਇੱਕ ਦਿਨ ਮੇਰੀ ਜ਼ਿੰਦਗੀ 'ਚ ਅਜਿਹਾ ਮੋੜ ਆਇਆ ਜਿਸ ਨੇ ਮੇਰੀ ਰੂਹ ਨੂੰ ਚੀਰ ਕੇ ਰੱਖ ਦਿੱਤਾ। ਉਸ ਦਿਨ ਮੇਰੀਆਂ ਅੱਖਾਂ ਤੋਂ ਸਾਰੀਆਂ ਪੱਟੀਆਂ ਉਤਰ ਗਈਆਂ। ਮੈਂ ਆਪਣੀ ਸੱਸ ਤੇ ਘਰਵਾਲੇ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ ਸੀ। ਇੱਕ ਦਿਨ ਰਾਤ ਨੂੰ ਪਾਣੀ ਪੀਣ ਲਈ ਉੱਠੀ। ਜਦੋਂ ਮੈਂ ਰਸੋਈ ਵਿੱਚੋਂ ਪਾਣੀ ਪੀ ਕੇ ਵਾਪਸ ਆ ਰਹੀ ਸੀ ਤਾਂ ਮੈਂ ਸੱਸ ਦੇ ਕਮਰੇ ਵਿੱਚੋਂ ਹਾਸੇ ਦੀ ਆਵਾਜ਼ ਸੁਣੀ। ਮੈਂ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ। ਮੇਰਾ ਘਰਵਾਲਾ ਆਪਣੀ ਮਾਂ ਨੂੰ ਉਸ ਦੇ ਨਾਮ ਨਾਲ ਬੁਲਾ ਰਿਹਾ ਸੀ। ਮੇਰੀ ਸੱਸ ਦਾ ਨਾਮ ਜਸਬੀਰ ਸੀ। ਪਾਲ ਕਹਿ ਰਿਹਾ ਸੀ ਕਿ ਜਸਬੀਰ ਹੌਲੀ ਬੋਲ, ਸ਼ਰਨ ਨਾ ਉੱਠ ਜਾਵੇ। ਮੇਰੀ ਸੱਸ ਨੇ ਕਿਹਾ, ਬੇਫਿਕਰ ਰਹਿ, ਉਹ ਨਹੀਂ ਉੱਠਦੀ। ਮੈਂ ਉਸ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸਵਾਇਆ ਏ। ਫਿਰ ਉਹ ਦੋਨੋਂ ਹੱਸਣ ਲੱਗੇ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ। ਮੈਂ ਉਹਨਾਂ ਦੀਆਂ ਹੋਰ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਸੁਣ ਨਾ ਪਾਈ। ਇਸ ਲਈ ਕਮਰੇ ਵਿੱਚ ਆ ਗਈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਮੇਰੇ ਨਾਲ ਇੰਜ ਕਿਉਂ ਕਰ ਰਹੇ ਹਨ। ਅਗਲੇ ਦਿਨ ਮੈਂ ਪਹਿਲਾਂ ਦੀ ਤਰ੍ਹਾਂ ਹੀ ਉੱਠੀ ਤਾਂ ਕਿ ਉਹਨਾਂ ਨੂੰ ਸ਼ੱਕ ਨਾ ਹੋਵੇ ਕਿ ਮੈਨੂੰ ਉਹਨਾਂ 'ਤੇ ਸ਼ੱਕ ਹੈ। ਅਗਲੀ ਰਾਤ ਜਦੋਂ ਸੱਸ ਮੈਨੂੰ ਦਵਾਈ ਦੇਣ ਲਈ ਆਈ ਤਾਂ ਸੱਸ ਦਾ ਧਿਆਨ ਹੋਰ ਪਾਸੇ ਕਰਕੇ ਗੋਲੀ ਛੁਪਾ ਦਿੱਤੀ ਤੇ ਸੱਸ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਮੈਂ ਗੋਲੀ ਖਾ ਲਈ ਹੋਵੇ। ਮੇਰੀ ਸੱਸ ਆਪਣੇ ਕਮਰੇ ਵਿੱਚ ਚਲੀ ਗਈ। ਫਿਰ ਮੇਰਾ ਘਰਵਾਲਾ ਵੀ ਮਾਂ ਦੀਆਂ ਲੱਤਾਂ ਦਬਾਉਣ ਦੇ ਬਹਾਨੇ ਉਸ ਦੇ ਕਮਰੇ ਵਿੱਚ ਚਲੇ ਗਿਆ। ਜਦੋਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਤਾਂ ਮੈਂ ਉਹਨਾਂ ਦੇ ਕਮਰੇ ਦੇ ਬਾਹਰ ਜਾ ਖੜੀ ਹੋਈ। ਪਾਲ ਕਹਿ ਰਿਹਾ ਸੀ ਕਿ ਜਸਬੀਰ ਲੱਗਦਾ ਹੈ ਕਿ ਸ਼ਰਨ ਵੀ ਬੱਚਾ ਪੈਦਾ ਨਹੀਂ ਕਰ ਸਕਦੀ। ਫਿਰ ਫਾਇਦਾ ਕੀ ਦੂਜਾ ਵਿਆਹ ਕਰਵਾਉਣ ਦਾ। ਹੁਣ ਉਹ ਕਦੇ ਮਾਂ ਨਹੀਂ ਬਣ ਸਕਦੀ। ਮੈਨੂੰ ਤੇ ਬੱਚਾ ਚਾਹੀਦਾ ਹੈ, ਉਹ ਵੀ ਹਰ ਹਾਲ 'ਚ। ਜਸਬੀਰ ਨੇ ਕਿਹਾ, ਕੋਈ ਗੱਲ ਨਹੀਂ, ਮੈਂ ਆਪਣੇ ਘਰਵਾਲੇ ਦਾ ਇੱਕ ਹੋਰ ਵਿਆਹ ਕਰਵਾ ਦੇਵਾਂਗੀ। ਉਹ ਬੱਚਾ ਪੈਦਾ ਕਰ ਦੇਵੇਗੀ। ਤਾਂ ਪਾਲ ਨੇ ਕਿਹਾ, ਇਸ ਸ਼ਰਨ ਦਾ ਕੀ ਕਰਨਾ ਹੈ? ਜਸਬੀਰ ਨੇ ਕਿਹਾ, ਇਹ ਤਾਂ ਆਪਣੇ ਆਪ ਮਰ ਜਾਵੇਗੀ। ਫਿਰ ਦੋਵੇਂ ਹੱਸਣ ਲੱਗੇ। ਮੇਰੇ ਤਾਂ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਕਿ ਜਿਸ ਨੂੰ ਮੈਂ ਆਪਣੀ ਸੱਸ ਸਮਝ ਰਹੀ ਸੀ, ਉਹ ਤਾਂ ਮੇਰੇ ਘਰਵਾਲੇ ਦੀ ਪਹਿਲੀ ਘਰਵਾਲੀ ਸੀ। ਇੰਨਾ ਵੱਡਾ ਧੋਖਾ ਹੋ ਗਿਆ ਸੀ ਮੇਰੇ ਨਾਲ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਰੋਣ ਲੱਗੀ ਕਿ ਮੈਂ ਕੀ ਗੁਨਾਹ ਕਰ ਦਿੱਤਾ ਸੀ ਜਿਸ ਦੀ ਮੈਨੂੰ ਸਜ਼ਾ ਮਿਲੀ ਆ। ਮੇਰਾ ਕੀ ਕਸੂਰ ਸੀ? ਮੈਂ ਸੋਚਿਆ ਕਿ ਸਵੇਰੇ ਪਾਲ ਦੇ ਕੰਮ 'ਤੇ ਜਾਣ ਤੋਂ ਬਾਅਦ ਜਸਬੀਰ ਨੂੰ ਪੁੱਛਾਂਗੀ ਕਿ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੈਂ ਸਵੇਰੇ ਪਾਲ ਦੇ ਜਾਣ ਤੋਂ ਬਾਅਦ ਜਸਬੀਰ ਦੇ ਕਮਰੇ ਵਿੱਚ ਗਈ ਤੇ ਸਿੱਧਾ ਹੀ ਉਸ ਨੂੰ ਪੁੱਛ ਲਿਆ ਕਿ ਜਸਬੀਰ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੇਰੇ ਸਵਾਲ ਨਾਲ ਉਹ ਚੌਂਕ ਗਈ, ਪਰ ਇਹ ਵੀ ਸਮਝ ਗਈ ਕਿ ਮੈਨੂੰ ਸਭ ਪਤਾ ਚੱਲ ਗਿਆ ਹੈ। ਫਿਰ ਉਹ ਆਪਣੇ ਅਸਲੀ ਰੂਪ ਵਿੱਚ ਆ ਗਈ ਤੇ ਕਹਿਣ ਲੱਗੀ, ਹੁਣ ਸਾਨੂੰ ਤੇਰੀ ਜ਼ਰੂਰਤ ਨਹੀਂ ਹੈ। ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਸੀ, ਇਸ ਲਈ ਅਸੀਂ ਦੋਵਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ। ਪਰ ਮੈਂ ਨਹੀਂ ਚਾਹੁੰਦੀ ਸੀ ਕਿ ਪਾਲ ਦੀ ਔਲਾਦ ਕਿਸੇ ਹੋਰ ਤੋਂ ਹੋਵੇ। ਇਸ ਲਈ ਤੇਰੇ ਬੱਚੇ ਵੀ ਮਾਰਦੀ ਰਹੀ, ਤੈਨੂੰ ਅਜਿਹੀਆਂ ਦਵਾਈਆਂ ਦਿੰਦੀ ਰਹੀ। ਬਹੁਤ ਜਲਦ ਤੂੰ ਵੀ ਮਰ ਜਾਵੇਂਗੀ। ਮੈਂ ਉਸ ਨੂੰ ਕਿਹਾ ਕਿ ਜੋ ਤੂੰ ਮੇਰੇ ਨਾਲ ਕੀਤਾ ਹੈ, ਰੱਬ ਤੈਨੂੰ ਇਸ ਦੀ ਸਜ਼ਾ ਜ਼ਰੂਰ ਦੇਵੇਗਾ। ਮੈਂ ਉਹ ਘਰ ਛੱਡ ਕੇ ਆ ਗਈ ਤੇ ਆਪਣੀ ਮਾਂ ਨਾਲ ਰਹਿਣ ਲੱਗੀ। ਕੁਝ ਸਮੇਂ ਬਾਅਦ ਖਬਰ ਆਈ ਕਿ ਉਹਨਾਂ ਦੋਨਾਂ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਮੈਂ ਵੀ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਹੀ ਸੀ। ਮੈਂ ਤੇ ਸਭ ਕੁਝ ਰੱਬ ਦੇ ਛੱਡ ਦਿੱਤਾ। ਪਰ ਇਸ ਦੌਰਾਨ ਮੇਰਾ ਇੱਕੋ ਇੱਕ ਸਹਾਰਾ ਮੇਰੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ।
ਫਿਰ ਮੈਂ ਇੱਕ ਹਸਪਤਾਲ ਵਿੱਚ ਸਫਾਈ ਦਾ ਕੰਮ ਕਰਨ ਲੱਗੀ, ਜਿਸ ਨਾਲ ਆਪਣਾ ਪੇਟ ਪਾਲ ਰਹੀ ਸੀ। ਇਸੇ ਹਸਪਤਾਲ ਵਿੱਚ ਇੱਕ ਮੁੰਡਾ ਮਾਲੀ ਦਾ ਕੰਮ ਕਰਦਾ ਸੀ। ਉਸ ਦਾ ਵੀ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਉਸ ਦੀ ਪਤਨੀ ਮਰ ਚੁੱਕੀ ਸੀ, ਕੋਈ ਔਲਾਦ ਵੀ ਨਹੀਂ ਸੀ। ਉਹ ਮੈਨੂੰ ਹਰ ਟਾਈਮ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਉਸ ਦਾ ਨਾਮ ਗਗਨ ਸੀ। ਉਸ ਨਾਲ ਵਕਤ ਗੁਜ਼ਾਰ ਕੇ ਲੱਗਦਾ ਕਿ ਜ਼ਿੰਦਗੀ ਫਿਰ ਹਸੀਨ ਹੋ ਗਈ। ਇੱਕ ਦਿਨ ਗਗਨ ਨੇ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ ਹੈ। ਮੈਂ ਵੀ ਉਸ ਨੂੰ ਪਸੰਦ ਕਰਨ ਲੱਗੀ ਸੀ। ਫਿਰ ਅਸੀਂ ਵਿਆਹ ਕਰਵਾ ਲਿਆ। ਉਹ ਬਹੁਤ ਚੰਗਾ ਸੀ, ਮੇਰਾ ਬਹੁਤ ਧਿਆਨ ਰੱਖਦਾ ਸੀ। ਉਸ ਨੇ ਮੇਰਾ ਇਲਾਜ ਵੀ ਕਰਵਾਇਆ ਤੇ ਮੈਂ ਫਿਰ ਤੋਂ ਉਮੀਦ ਨਾਲ ਹੋਈ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ, ਬਹੁਤ ਅਮੀਰ ਤੇ ਨਹੀਂ ਸੀ ਅਸੀਂ, ਪਰ ਜ਼ਿੰਦਗੀ ਵਿੱਚ ਸਕੂਨ ਤੇ ਹਰ ਖੁਸ਼ੀ ਸੀ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ।